ਕਿ ਵਾਕਈ ਇੱਥੇ ਡਾਲਰ ਪਾਉਂਡ ਦੀ ਜਿਹੜੀ ਚਮਕ ਉੱਥੇ ਉਹਨਾਂ ਨੂੰ ਦਿਖਾਈ ਦੇ ਰਹੀ ਹੈ, ਇੱਥੇ ਕਮਾਣੇ ਸੌਖੇ ਨੇ? ਨਹੀਂ, ਯੂ ਹੈਵ ਟੂ ਗੋ ਵਿਦ ਦ ਸਿਸਟਮ। ਫਸਟ ਆਫ ਆਲ ਲੀਗਲ ਹੋਣਾ ਬਹੁਤ ਜ਼ਰੂਰੀ ਹੈ। ਇਲੀਗਲ ਬੰਦੇ ਲਈ ਬੜਾ ਮੁਸ਼ਕਲ ਹੈ। ਜਿਹੜਾ ਇਲੀਗਲ ਬੰਦਾ ਇੱਥੇ ਆਂਦਾ ਹੈ, ਅਮਰੀਕਾ ਦੀਆਂ ਪਾਲਿਸੀਜ਼ ਕੀ ਕਹਿੰਦੀਆਂ, ਕੀ ਉਸ ਨੂੰ ਕੰਮ ਮਿਲ ਸਕਦਾ ਹੈ ਇੱਥੇ? ਨਹੀਂ ਜੀ, ਨਹੀਂ ਮਿਲ ਸਕਦਾ। ਕਈ ਆਪਣੇ ਬੰਦੇ ਕੰਮ ਦੇਂਦੇ ਨੇ, ਪਰ ਦੈਟਸ ਨਾਟ ਲੀਗਲ ਵੇ। ਇੱਥੇ ਜਿਵੇਂ ਗਨ ਵਾਇਲੈਂਸ ਲਗਾਤਾਰ ਵੱਧ ਰਹੀ ਹੈ, ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ? ਮੈਂ ਤਾਂ ਗਨ ਕਲਚਰ ਦੇ ਵਿੱਚ ਬਿਲੀਵ ਬਿਲਕੁਲ ਹੀ ਨਹੀਂ ਕਰਦਾ। ਸਰਕਾਰਾਂ ਇੱਥੇ ਕਿਸ ਤਰ੍ਹਾਂ ਦੇਖ ਰਹੀਆਂ ਨੇ ਗਨ ਕਲਚਰ ਨੂੰ? ਕੀ ਆਉਣ ਵਾਲਾ ਟਾਈਮ ਕਿਤੇ ਨਾ ਕਿਤੇ ਅਸੀਂ ਦੇਖਾਂਗੇ ਕਿ ਗਨ ਲਾਅਜ਼ ਜਿਹੜੇ ਨੇ ਉਹ ਸਟ੍ਰਿਕਟ ਹੋਣਗੇ? ਥੋੜਾ ਮਾਹੌਲ ਬਦਲ ਰਿਹਾ। ਪੋਲੀਟੀਸ਼ੀਅਨਸ ਨੂੰ ਕਨਵਿੰਸ ਕਰ ਰਹੇ ਨੇ। ਹਰ ਰੋਜ਼ ਹੁਣ ਇੱਥੇ ਕਿਤੇ ਨਾ ਕਿਤੇ ਗਨ ਸ਼ੂਟਿੰਗ ਹੋ ਰਹੀ ਹੈ। ਸਰਕਾਰ ਵੀ ਇਹ ਸੋਚ ਰਹੀ ਹੈ ਵੀ ਇਹ ਚੀਜ਼ ਦੇ ਉੱਤੇ ਪਾਬੰਦੀ ਲਾਉਣਗੇ। ਆਉਣ ਵਾਲੇ ਟਾਈਮ ਦੇ ਵਿੱਚ ਆਈ ਹੋਪ ਇਟ ਵਿਲ ਹੈਪਨ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਵਰਮਾਨੀ। ਪ੍ਰੋਗਰਾਮ ਦ ਬਿਗ ਪੁਆਇੰਟ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਮੈਂ ਪਹੁੰਚਿਆ ਹੋਇਆ ਕੈਲੀਫੋਰਨੀਆ ਦੇ ਬੜੇ ਹੀ ਵੱਡੇ ਤੇ ਬੜੇ ਸੋਹਣੇ ਸ਼ਹਿਰ ਯਾਨੀ ਕਿ ਲਾਸ ਐਂਜਲਸ ਵਿੱਚ, ਔਰ ਅੱਜ ਦ ਬਿਗ ਪੁਆਇੰਟ ਵਿੱਚ ਮੇਰਾ ਸਾਥ ਦੇ ਰਹੇ ਨੇ ਰਵੀ ਗਰੇਵਾਲ ਜੀ। ਗਰੇਵਾਲ ਸਾਹਿਬ, ਬਹੁਤ-ਬਹੁਤ ਸਵਾਗਤ ਔਰ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ। ਥੈਂਕ ਯੂ ਵਰਮਾਨੀ ਸਾਹਿਬ, ਥੈਂਕ ਯੂ ਵੈਰੀ ਮਚ। ਇਟਸ ਗ੍ਰੇਟ ਮੀਟਿੰਗ ਯੂ। ਸੇਮ ਹੀਅਰ ਜੀ। ਔਰ ਸਾਡੇ ਨਾਲ ਅੱਜ ਰਵੀ ਗਰੇਵਾਲ ਸਾਹਿਬ ਕਿਉਂ ਨਹੀਂ, ਔਰ ਦ ਬਿਗ ਪੁਆਇੰਟ ਵਿੱਚ ਜਿਹੜਾ ਅੱਜ ਦਾ ਟੌਪਿਕ ਹੈਗਾ ਬੜਾ ਹੀ ਖਾਸ ਹੈ, ਕਿਉਂਕਿ ਬਹੁਤ ਸਾਰੇ ਲੋਕ ਅਮਰੀਕਾ, ਕੈਨੇਡਾ, US, UK ਔਰ ਆਸਟ੍ਰੇਲੀਆ ਦੇ ਵੱਲ ਦੇਖਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਅਸਲੀਅਤ ਦੱਸਣੀ ਬਹੁਤ ਜ਼ਰੂਰੀ ਹੈ ਕਿ ਵਾਕਈ ਇੱਥੇ ਡਾਲਰ ਪਾਉਂਡ ਦੀ ਜਿਹੜੀ ਚਮਕ ਹੈ ਉਹ ਕਿੰਨੀ ਸੁਹਾਵਣੀ ਹੈ ਔਰ ਕਿੰਨਾ ਈਜ਼ੀ ਹੈ ਉਹਨਾਂ ਚਮਕ ਨੂੰ ਹਾਸਲ ਕਰਨਾ। ਜੇਕਰ ਅਸੀਂ ਰਵੀ ਗਰੇਵਾਲ ਸਾਹਿਬ ਦੀ ਗੱਲ ਕਰੀਏ ਤਾਂ ਰਵੀ ਗਰੇਵਾਲ ਸਾਹਿਬ ਵੱਖ-ਵੱਖ ਬਿਜ਼ਨਸ ਚਲਾ ਰਹੇ ਨੇ। ਬਿਜ਼ਨਸ ਟਾਈਕੂਨ ਕਿਹਾ ਜਾਏ ਤਾਂ ਕੋਈ ਅਤਕਥਨੀ ਨਹੀਂ ਹੋਏਗੀ, ਇਸ ਵਿੱਚ ਕੋਈ ਗਲਤ ਗੱਲ ਨਹੀਂ ਹੋਏਗੀ, ਕਿਉਂਕਿ ਇਹਨਾਂ ਦੇ ਟਰੱਕ ਸਟਾਪਸ ਵੀ ਨੇ, ਪਾਇਲਟ ਦੇ, ਟੀਏ ਦੇ, ਇਸ ਤੋਂ ਇਲਾਵਾ ਇਹਨਾਂ ਦੇ ਬਹੁਤ ਸਾਰੇ ਹੋਰ ਬਿਜ਼ਨਸ ਵੀ ਨੇ। ਇੱਕ ਇੱਕ ਕਰਕੇ ਇਹਨਾਂ ਤੋਂ ਹੀ ਬਿਜ਼ਨਸ ਬਾਰੇ ਵੀ ਜਾਣਾ ਗਿਆ ਔਰ ਇਹਨਾਂ ਦੇ ਖੱਟੇ ਮਿੱਠੇ ਜਿਹੜੇ ਤਜਰਬੇ ਨੇ US ਦੀ ਧਰਤੀ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਤਜਰਬਾ ਰਿਹਾ ਉਹ ਵੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਗਰੇਵਾਲ ਸਾਹਿਬ, ਪਹਿਲਾਂ ਤਾਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਇਸ ਡਿਸਕਸ਼ਨ ਨੂੰ ਅਸੀਂ ਅੱਗੇ ਵਧਾਈਏ, ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਅਮਰੀਕਾ ਦੀ ਧਰਤੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ? ਮੈਨੂੰ ਜੀ ਅਪਰੋਕਸੀਮੇਟਲੀ 39 ਇਅਰਸ ਹੋ ਗਏ ਨੇ ਜੀ। ਔਰ ਕੀ ਸਬਬ ਬਣਿਆ ਕਿ ਜਦੋਂ ਅਮਰੀਕਾ ਦੀ ਧਰਤੀ ਤੇ ਤੁਸੀਂ ਆਏ ਕਿ ਤੁਹਾਨੂੰ ਵੀ ਡਾਲਰਾਂ ਦੀ ਜਿਹੜੀ ਚਕਾਚੌਂਧ ਹੈਗੀ ਉਹ ਖਿੱਚ ਲਿਆ ਜਾਂ ਕੋਈ ਹੋਰ ਕਾਰਨ ਸੀ? ਐਕਚੁਅਲੀ ਮੇਰੇ ਬ੍ਰਦਰ ਸੀਗੇ ਇੱਥੇ ਜੀ, ਮੇਰੇ ਤੋਂ ਪਹਿਲਾਂ, ਤੇ ਉਹ ਮੈਡੀਕਲ ਪ੍ਰੋਫੈਸ਼ਨ ਨੇ ਉਹਦੇ ਵਿੱਚ ਨੇ, ਡਾਕਟਰ ਨਰਿੰਦਰ ਗਰੇਵਾਲ ਜੀ। ਸੋ ਮੇਰੇ ਫਾਦਰ ਨੇ ਮੈਨੂੰ ਸਪਾਂਸਰ ਕਰਤਾ ਥਰੂ ਹਿਮ। ਸੋ ਆਈ ਕੇਮ ਟੂ ਦਿਸ ਕੰਟਰੀ ਜੀ ਇਨ 1984। ਠੀਕ ਹੈ, ਜੂਨ ਆਫ 1984 ਜੀ। ਹਾਂਜੀ। ਤੇ ਇੱਥੇ ਆ ਕੇ ਸਭ ਤੋਂ ਪਹਿਲਾਂ ਜਦੋਂ ਇੱਕਦਮ ਤੁਸੀਂ ਨਜ਼ਾਰਾ ਦੇਖਿਆ, ਡਿਫਰੈਂਟ ਨਜ਼ਾਰਾ ਸੀ, ਡਿਫਰੈਂਟ ਕਲਚਰ ਸੀ, ਕਿਹੋ ਜਿਹਾ ਲੱਗਿਆ? ਐਕਚੁਅਲੀ ਮੇਰੀ ਉੱਥੇ ਐਗਰੀਕਲਚਰ ਯੂਨੀਵਰਸਿਟੀ ਤੋਂ ਮੈਂ ਮਾਸਟਰ ਡਿਗਰੀ ਫੂਡ ਸਾਇੰਸ ਟੈਕਨੋਲੋਜੀ ਲੁਧਿਆਣਾ ਤੋਂ ਵਿਦ ਸਪੈਸ਼ਲਾਈਜੇਸ਼ਨ ਇਨ ਬਿਜ਼ਨਸ ਅੱਛਾ ਕਰਕੇ ਆਇਆ ਸੀ। ਤੇ ਮੇਰੇ ਬ੍ਰਦਰ ਨੇ ਪਹਿਲਾਂ ਹੀ ਮੇਰਾ ਪਲਾਨ ਕਰਕੇ ਰੱਖਿਆ ਹੋਇਆ ਸੀ ਵੀ ਮੇਰਾ ਕੀ ਕਰਨਾ ਇੱਥੇ ਆਇਆ ਦਾ। ਓਕੇ। ਸੋ ਸਾਡੀ ਫੈਮਿਲੀ ਹੈ ਸੀ ਇੱਥੇ, ਮੇਰੇ ਬ੍ਰਦਰ ਦੇ ਰਿਲੇਟਿਵ ਸੀ, ਇਨ-ਲਾਜ਼ ਬਣੇ ਹੋ ਲਾਸ ਐਂਜਲਸ ਦੇ ਵਿੱਚ। ਦੇ ਵਰ ਇਨ 7-Eleven ਬਿਜ਼ਨਸ। ਓਕੇ। ਸੋ ਆਉਂਦੇ ਹੀ ਮੈਨੂੰ ਉਹਨਾਂ ਨੇ 7-Eleven ਬਿਜ਼ਨਸ ਦੇ ਲਈ ਭੇਜ ਦਿੱਤਾ ਉੱਥੋਂ। ਮਾਈ ਬ੍ਰਦਰ ਵਾਜ਼ ਇਨ ਕੈਂਸਸ ਸਿਟੀ ਦੇ ਨਜ਼ਦੀਕ ਹੈ ਕੋਈ ਟਾਊਨ। ਸੋ ਉੱਥੋਂ ਉਹਨਾਂ ਨੇ ਹੀ ਸੈਂਡ ਮੀ ਓਵਰ ਹੇਅਰ। ਸੋ ਉਹਨਾਂ ਰਿਸ਼ਤੇਦਾਰਾਂ ਦੇ ਕੋਲੇ ਆ ਕੇ ਮੈਂ ਟ੍ਰੇਨਿੰਗ ਲਈ। They helped me get into the 7-Eleven store right after I arrived in LA. ਯਾਨੀ ਕਿ ਉਹਨਾਂ ਨੇ ਤੁਹਾਡੇ ਝੋਲੇ 'ਚ ਪਾਤਾ ਕਿ ਇਹ ਬਿਜ਼ਨਸ ਹੈਗਾ, ਇਹਨੂੰ ਚਲਾਓ ਤੇ ਇਹਨੂੰ ਸੰਭਾਲੋ। ਹਾਂਜੀ, ਪਹਿਲਾਂ ਉਹਨਾਂ ਨੇ ਮੈਨੂੰ ਸਿਖਾਇਆ, ਨਾਲ ਦੀ ਨਾਲ ਉਹਨਾਂ ਨੇ ਮੈਨੂੰ ਲੈ ਕੇ ਦੇ ਦਿੱਤਾ ਜੀ। ਪਰ ਕਿਤੇ ਨਾ ਕਿਤੇ ਜਦੋਂ ਬਿਜ਼ਨਸ ਕੋਈ ਇੱਕਦਮ ਹੱਥ 'ਚ ਮਿਲ ਜਾਏ ਲੇਕਿਨ ਉਸਦੀ ਟ੍ਰੇਨਿੰਗ ਨਾ ਮਿਲੀ ਹੋਏ ਤਾਂ ਔਖਾ ਨਹੀਂ ਹੁੰਦਾ ਚਲਾਉਣਾ? ਬਿਲਕੁਲ ਔਖਾ ਹੁੰਦਾ ਜੀ। ਪਹਿਲਾਂ ਉਹਨਾਂ ਨੇ ਮੈਨੂੰ, ਸਾਡੇ ਰਿਸ਼ਤੇਦਾਰਾਂ ਨੇ ਆਪਦੇ ਸਟੋਰ 'ਤੇ ਟ੍ਰੇਨਿੰਗ ਦਿੱਤੀ, ਡਾਕਟਰ ਤਰਲੋਕ ਸਿੰਘ ਗਿੱਲ ਨੇ ਜੀ। ਉਸ ਤੋਂ ਬਾਅਦ ਮੈਂ ਸਿਲੈਕਟ ਹੋਇਆ, ਉਹ ਵੀ ਉਹਨਾਂ ਦੀ ਬਲੈਸਿੰਗ ਦੇ ਨਾਲ ਹੋਇਆ, ਫੈਮਿਲੀ ਬਲੈਸਿੰਗ ਦੇ ਨਾਲ। ਤੇ ਫਿਰ ਦੈਨ ਦੇਰ ਇਜ਼ ਅ ਟ੍ਰੇਨਿੰਗ ਪ੍ਰੋਗਰਾਮ ਫਾਰ 7-Eleven ਜੀ, ਜਿਹੜੀ ਕਿ ਮੈਂ ਕੰਪਨੀ ਦੀ ਵੀ ਟ੍ਰੇਨਿੰਗ ਕੀਤੀ, ਪਾਸ ਕੀਤੀ, ਤੇ ਉਸ ਤੋਂ ਬਾਅਦ ਮੈਂ ਆਪਣਾ ਸਟੋਰ ਚਲਾਇਆ। ਪਰ
ਕਿੰਨਾ ਕੁ ਟਫ ਲੱਗਿਆ, ਕਿਉਂਕਿ ਇੱਥੋਂ ਦੇ ਕਲਚਰ ਨੂੰ ਸਮਝਣਾ, ਇੱਥੋਂ ਦੀ ਲੈਂਗੁਏਜ ਨੂੰ ਸਮਝਣਾ, ਔਰ ਵਾਕਈ ਇੱਕ ਕਿਉਂਕਿ ਇੱਥੇ ਬਹੁਤ ਸਾਰੇ ਅਸੀਂ ਲੋਕਾਂ ਨਾਲ ਜਦੋਂ ਗੱਲਬਾਤ ਕਰਦੇ ਹਾਂ ਉਹ ਇੱਥੇ ਆ ਕੇ ਪਹਿਲਾਂ ਅਲੱਗ-ਅਲੱਗ ਪੀਜ਼ਾ ਵੀ ਵੇਚਦੇ ਨੇ, ਟਰੱਕ ਵੀ ਚਲਾਉਂਦੇ ਨੇ, ਬਹੁਤ ਕੁਝ ਕੰਮ ਕਰਦੇ ਨੇ, ਤਾਂ ਜਾ ਕੇ ਆਪਣੇ ਬਿਜ਼ਨਸ ਬਾਰੇ ਸੋਚਦੇ ਨੇ ਕਿ ਅਸੀਂ ਬਿਜ਼ਨਸ ਹੁਣ ਖੋਲ੍ਹਣ ਜੋਗੇ ਹੋਈਏ। ਪਰ ਤੁਹਾਡੀ ਵਰਗੀ ਹਸਤੀ ਜਿਹੜੀ 3 ਮਹੀਨੇ ਬਾਅਦ ਹੀ ਇੱਕ ਬਿਜ਼ਨਸ ਚਲਾ ਰਹੀ ਸੀਗੀ, ਸੋ ਰਵੀ ਗਰੇਵਾਲ ਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਸੀਗਾ? ਮੈਂ ਇਹ ਕਹੂੰਗਾ ਵੀ ਇਹਦੇ ਵਿੱਚ ਸਭ ਤੋਂ ਵੱਡੀ ਦੇਣ ਮੇਰੇ ਬ੍ਰਦਰ ਦੀ ਹੈ, ਹੂ ਸਪਾਂਸਰਡ ਮੀ ਵਿਦ ਮਨੀ ਜੀ। ਓਕੇ, ਤੇ ਦੂਸਰੇ ਸਾਡੇ ਰਿਸ਼ਤੇਦਾਰਾਂ ਦੀ ਹੈ ਜਿਨ੍ਹਾਂ ਨੇ ਮੈਨੂੰ ਇਸ ਚੰਗੀ ਵੱਡੀ ਲਾਈਨ 7-11 ਦੇ ਵਿੱਚ ਮੇਰੀ ਐਂਟਰੀ ਕਰਵਾਈ। ਸੋ ਦੋਨਾਂ ਦੀ ਟ੍ਰੇਨਿੰਗ, ਆਪਣੇ ਰਿਸ਼ਤੇਦਾਰਾਂ ਦੇ ਸਟੋਰ ਤੇ ਟ੍ਰੇਨਿੰਗ ਪਲੱਸ ਕੰਪਨੀ ਦੀ ਟ੍ਰੇਨਿੰਗ ਨੇ ਮੈਨੂੰ ਇੰਨਾ ਕੌਨਫੀਡੈਂਸ ਦਿੱਤਾ ਵੀ ਮੈਂ ਬਿਜ਼ਨਸ ਚਲਾ ਸਕਦਾ। ਬਾਕੀ ਮੇਰੀ ਐਜੂਕੇਸ਼ਨਲ ਸੀਗੀ ਬੈਕਗਰਾਉਂਡ ਜੀ, ਸੋ ਮੈਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਬਿਜ਼ਨਸ 'ਚ, ਕਿਉਂਕਿ ਮੈਨੇਜਮੈਂਟ ਤੁਸੀਂ ਪਹਿਲਾਂ ਹੀ ਜਾਣਦੇ ਸੀਗੇ ਕਿ ਮੈਨੇਜਮੈਂਟ ਮੈਂ ਪਹਿਲਾਂ ਹੀ ਜਾਣਦਾ ਸੀ। ਰਾਈਟ, ਬਿਲਕੁਲ ਠੀਕ ਹੈ। ਪਰ 39 ਸਾਲਾਂ ਦਾ ਜਿਹੜਾ ਸਫ਼ਰ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਅਮਰੀਕਾ 1984 ਵਿੱਚ ਔਰ ਅਮਰੀਕਾ ਅੱਜ 2023 ਵਿੱਚ ਬਹੁਤ ਡਿਫਰੈਂਸ ਹੈਗਾ। ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ, ਪੋਪੂਲੇਸ਼ਨ ਦੀ ਗੱਲ ਕਰੀਏ ਉਹ ਬਹੁਤ ਅੱਗੇ ਵੱਧ ਚੁੱਕੀ ਹੈ, ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਪੰਜਾਬੀ ਕਮਿਊਨਿਟੀ ਨੇ ਆਪਣਾ ਬੜਾ ਚੰਗਾ ਵਿਸਥਾਰ ਕੀਤਾ ਔਰ ਬੜੇ ਚੰਗੇ ਅਹੁਦਿਆਂ ਤੇ ਸਾਡੇ ਜਿਹੜੇ ਅੱਜ ਲੋਕ ਬੈਠੇ ਹੋਏ ਨੇ। ਕਿੰਨਾ ਕੁ ਫਰਕ ਦੇਖਦੇ ਹੋ ਤੁਸੀਂ? ਬਹੁਤ ਫਰਕ ਹੈ ਜੀ। ਉਸ ਟਾਈਮ ਜਿਹੜੇ ਕੰਮ ਅਸੀਂ ਆਪ ਹੱਥਾਂ ਨਾਲ ਕਰਦੇ ਸੀ, ਹੁਣ ਟੈਕਨੋਲੋਜੀ ਕਰੀ ਜਾਂਦੀ ਹੈ। ਰਿਪੋਰਟਾਂ ਜਿਹੜੀਆਂ ਅਸੀਂ ਡੇਲੀ ਰਿਪੋਰਟਸ ਬਣਾਉਂਦੇ ਸੀ, ਪਹਿਲਾਂ ਅਸੀਂ ਇੱਕ ਕਿਸਮ ਦਾ ਮੈਨੂਅਲ ਬਣਾਉਂਦੇ ਸੀ, ਹੁਣ ਕੰਪਿਊਟਰ ਸਾਰਾ ਕੁਝ ਦਾ ਹੁੰਦਾ। ਇਨਵੈਂਟੋਰੀ ਕੰਟਰੋਲ ਸਾਡਾ ਮੇਨ ਹੁੰਦਾ ਟੌਪਿਕ, ਮੇਨ ਚੀਜ਼ ਵੀ ਕਿੰਨੀ ਕੁ ਸ਼ਰਿੰਕੇਜ ਹੈ ਜਾਂ ਨਹੀਂ ਹੈਗੀ, ਉਹ ਹੁਣ ਸਾਰੀ ਇਜ਼ ਕੰਟਰੋਲਡ ਬਾਈ ਦਾ ਕੰਪਿਊਟਰਸ ਜੀ। ਤੇ ਟੈਕਨੋਲੋਜੀ ਬਹੁਤ ਅੱਗੇ ਜਾ ਚੁੱਕੀ ਹੈ ਤੇ ਉਹਦੇ ਨਾਲ ਬਿਜ਼ਨਸ ਵੀ ਥੋੜ੍ਹੇ ਜਿਹੇ ਸੋਫਿਸਟੀਕੇਟਡ ਹੋਰ ਹੋ ਗਏ ਨੇ। ਉਹਨਾਂ ਦੀ ਰਿਕੁਆਇਰਮੈਂਟ, ਕੰਪਨੀ ਵਾਲਿਆਂ ਦੀ ਬ੍ਰਾਂਡ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਬਹੁਤ ਹੋ ਗਈਆਂ। ਵੀ ਹੈਵ ਟੂ ਮੇਨਟੇਨ ਦਾ ਇਮੇਜ ਆਫ ਦਾ ਬ੍ਰਾਂਡ। ਕੋਈ ਵੀ ਕੰਪਨੀ ਆ, ਹੁਣ ਤਾਂ ਮੇਰੇ ਕੋਲ ਕਾਫੀ ਬ੍ਰਾਂਡਸ ਨੇ, ਪਰ 7-11 ਤਾਂ ਮੈਂ ਹਮੇਸ਼ਾ ਇਹੀ ਕਹਿਣਾ ਵੀ ਇਸ ਤਰ੍ਹਾਂ ਦੀ ਕੰਪਨੀ ਹੈ ਜਿਹੜਾ ਕਿ ਤੁਹਾਨੂੰ ਬਿਜ਼ਨਸ ਕਰਨਾ ਸਿਖਾਉਂਦੀ ਹੈ। ਬਿਲਕੁਲ। ਅੱਜ ਕਿਉਂਕਿ ਬ੍ਰਾਂਡ ਦੀ ਹੀ ਦੁਨੀਆ ਔਰ ਤੁਸੀਂ ਬ੍ਰਾਂਡਸ ਬਣਾਏ ਨੇ, ਤਾਂ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ ਅੱਜ ਕਿਹੜੇ ਬ੍ਰਾਂਡ ਜਿਹੜੇ ਨੇ ਰਵੀ ਗਰੇਵਾਲ ਜੀ ਦੇ ਹੱਥ ਵਿੱਚ ਨੇ? ਮੇਰੇ ਕੋਲ ਜੀ ਇਸ ਟਾਈਮ ਕੋਈ ਅਬਾਊਟ 21 ਡਿਫਰੈਂਟ ਬ੍ਰਾਂਡਸ ਨੇ ਜੀ, ਸਾਰੇ ਜੇ ਰਲਾਏ ਮਿਲਾਏ ਜਾਣ। ਸੋ 7-11 ਮੇਰਾ ਬੇਸਿਕ ਪੁਰਾਣਾ ਹੈਗਾ, ਉਹ ਵੀ ਮੈਂ ਸ਼ੁਰੂ ਕੀਤਾ ਸੀ ਇੱਕ ਸਟੋਰ ਤੋਂ, ਪਰ ਹੁਣ ਮੇਰੇ ਕੋਲ 5 ਸਟੋਰ ਨੇ। ਪਰ ਕਿਹੜੇ ਬਿਜ਼ਨਸ ਤੁਸੀਂ ਅਗਰ ਮੋਟੇ ਦੇ ਤੌਰ ਤੇ ਦੇਖੀਏ ਤਾਂ ਕਿਹੜੇ ਬਿਜ਼ਨਸ ਤੁਹਾਡੇ ਇਸ ਸਮੇਂ ਹੱਥ ਵਿੱਚ ਨੇ? ਹੁਣ ਮੇਰੇ ਕੋਲ ਮੈਂ ਵੱਡੀਆਂ ਡਿਵੈਲਪਮੈਂਟਸ ਦੇ ਵਿੱਚ ਚਲਾ ਗਿਆ ਜੀ, ਟਰੱਕ ਸਟਾਪਸ ਦੇ ਵਿੱਚ। ਟਰੱਕ ਸਟਾਪ ਡਜ਼ਨਟ ਮੀਨ ਵੀ ਇਟਸ ਕੇਟਰਸ ਓਨਲੀ ਟੂ ਦਾ ਟਰੱਕਰਸ। ਸੋ ਵੀ ਹੈਵ ਈਵਨ ਕਾਰਾਂ ਵਾਲੇ ਜਿਹੜੇ ਰੈਗੂਲਰ ਕਾਰਾਂ ਦੇ ਕਸਟਮਰਸ ਨੇ ਉਹ ਸਾਡੇ ਕੋਲ ਆਉਂਦੇ ਆ, ਉਹਨਾਂ ਦੇ ਲਈ ਮੇਰਾ ਜਿਹੜਾ ਮੋਡਸ ਆਪਰੈਂਡੀ ਹੈ ਕਾਫੀ ਡਿਫਰੈਂਟ ਹੈ ਦੂਜਿਆਂ ਨਾਲੋਂ। ਈਵਨ ਕਿ ਸਭ ਤੋਂ ਵੱਡੀ ਸਟਰੈਂਥ ਤਾਂ ਬ੍ਰਾਂਡ ਦੀ ਹੁੰਦੀ ਹੈ। ਜਿੰਨੇ ਵੀ ਮੇਰੇ ਟਰੱਕ ਸਟਾਪ ਨੇ ਜਾਂ ਵੱਡੇ ਸੈਂਟਰ ਨੇ, ਆਲ ਆਰ ਬ੍ਰਾਂਡਡ, ਹਾਈ ਐਂਡ ਬ੍ਰਾਂਡਡ। ਸੋ ਪਹਿਲਾਂ ਜੇਕਰ ਗੈਸ ਹੈ ਕਿਸੇ ਵੀ ਮੇਰੇ ਤੁਸੀਂ ਸੈਂਟਰ 'ਤੇ ਜਾਓਗੇ, ਹਾਈ ਐਂਡ ਜਿਹੜਾ ਬ੍ਰਾਂਡ ਹੈ ਗੈਸ ਦਾ, ਮੋਸਟਲੀ ਆਈ ਡੀਲ ਵਿਦ ਸ਼ੈਵਰਨ ਬ੍ਰਾਂਡ ਜੀ। ਤੇ ਮੇਰੇ ਕੋਲ ਸ਼ੈਲ ਦੇ ਵੀ ਹੈਗੇ ਨੇ ਸਟੇਸ਼ਨ। ਓਕੇ, ਤੇ ਫਿਰ ਅੱਗੇ ਜਦ ਤੁਸੀਂ ਸਟੋਰ ਦੇ ਵਿੱਚ ਐਂਟਰ ਕਰਦੇ ਹੋ ਜੀ, ਉਹਦੇ ਫਿਰ ਮੇਰੇ 2 ਸੈਕਸ਼ਨ ਬਣਾਏ ਹੋਏ ਨੇ। ਇੱਕ ਸੈਕਸ਼ਨ ਦੇ ਵਿੱਚ ਸਾਡਾ ਹੈਗਾ ਮਾਰਕੀਟ ਏਰੀਆ, ਜਿੱਥੇ ਕਿ ਬੰਦਿਆਂ ਨੂੰ ਮਾਰਕੀਟ ਦੇ ਵਿੱਚ ਜੋ ਵੀ ਨਾਰਮਲ ਤੁਹਾਡੇ ਗਰੋਸਰੀ ਸਟੋਰਾਂ 'ਤੇ ਮਿਲਦਾ ਸਾਡੇ ਕੋਲ ਹੈਗਾ। ਤੇ ਫਿਰ ਉੱਥੇ ਮੇਰੀ ਫਾਸਟ ਫੂਡ ਹੈ। ਫਾਸਟ ਫੂਡ ਦੇ ਵਿੱਚ ਮੈਂ ਕਾਫੀ ਮੇਰੀ ਤਰੱਕੀ ਹੋਈ ਹੈ ਕਿ ਮੇਰੇ 8-9 ਫਾਸਟ ਫੂਡ ਹਰੇਕ ਮੇਰੇ ਟਰੱਕ ਸਟਾਪ ਦੇ ਉੱਤੇ ਹੈਗੇ। ਯਾਨੀ ਕਿ ਹਰ ਇੱਕ ਨੂੰ ਆਪਣੀ ਵੈਰਾਈਟੀ ਮਿਲ ਜਾਏਗੀ, ਵੈਰਾਈਟੀ ਹਰ ਕਿਸੇ ਦੀ ਮਿਲਦੀ ਹੈ। ਤੇ ਮੈਂ ਨਵੀਂ ਚੀਜ਼ ਇੱਥੇ ਐਡ ਕੀਤੀ ਹੈ, ਜਿਹੜੇ ਜਿਸ ਤਰ੍ਹਾਂ ਮੇਰੇ ਕੋਲ ਪਾਇਲਟ ਦੇ ਜਾਂ ਟੀਏ ਦੇ ਟਰੱਕ ਸਟਾਪ ਨੇ, ਉਹਨਾਂ ਦੀ ਡਿਮਾਂਡ ਸੀ ਵੀ ਕੋਈ ਇੱਥੇ ਇੰਡੀਅਨ ਫੂਡ ਵੀ ਲਿਆਂਦਾ ਜਾਵੇ ਜੀ। ਸੋ ਸਟੱਡੀ ਦੱਸਦੀ ਹੈ ਵੀ ਅਬਾਊਟ 36% ਆਫ ਦਾ ਟਰੱਕ ਡਰਾਈਵਰਸ ਆਰ ਆਫ ਏਸ਼ੀਅਨ ਓਰੀਜਨ ਜੀ, USA ਦੇ ਵਿੱਚ। ਓਕੇ, ਉਹ ਏਸ਼ੀਅਨ ਓਰੀਜਨ ਦੇ ਹੋਣ ਕਰਕੇ ਡੈਫੀਨੇਟਲੀ ਜਦ ਡਰਾਈਵਰ ਘਰੋਂ ਨਿਕਲਦਾ 3-4 ਦਿਨ ਲਈ ਨਿਕਲਦਾ, ਉਹਨੂੰ ਆਪਣੇ ਦੇਸੀ ਰੋਟੀ ਦੀ ਜ਼ਰੂਰਤ ਹੈਗੀ। ਓਕੇ, ਸੋ ਮੈਂ ਉਹ ਆਪਦਾ ਡਿਵੈਲਪ ਕੀਤਾ, ਆਪਦਾ ਮੇਰੇ ਕੋਲ ਪੇਟੈਂਟ ਹੈਗਾ ਕਰੀ ਸਟਾਪ ਇੰਡੀਅਨ ਫੂਡ। ਉਹਦੇ ਵਿੱਚ ਸਾਡੀ ਸਪੈਸ਼ਲਿਟੀ ਇਹ ਹੈ ਵੀ ਮੇਰਾ ਜਿੰਨਾ ਵੀ ਫੂਡ ਹੈ 100% ਦੇਸੀ ਘਿਓ ਤੋਂ ਬਣਦਾ। ਅੱਛਾ ਜੀ, ਓਕੇ। ਤੇ ਜਿੰਨੇ ਵੀ ਡਰਾਈਵਰ ਚਾਹੇ ਉਹ ਆਪਣੇ ਇੰਡੀਅਨ ਨੇ, ਏਸ਼ੀਅਨ ਨੇ ਜਾਂ ਅਮਰੀਕਨ ਨੇ, ਹਰ ਇੱਕ ਲਈ 24 ਆਵਰਸ ਮਸਾਲਾ ਚਾਹ ਅਸੀਂ ਫ੍ਰੀ ਦਿੰਦੇ ਹਰ ਇੱਕ ਨੂੰ। ਕੀ ਬਾਤ ਹੈ। ਓਕੇ, ਬਿਲਕੁਲ ਨੈਚੁਰਲੀ ਗੱਲ ਹੈ। ਲੇਕਿਨ ਬ੍ਰਾਂਡ ਬਿਲਡਿੰਗ ਜਿਹੜੀ ਹੈ ਬੜੀ ਮਜ਼ਬੂਤ ਹੋਣੀ ਚਾਹੀਦੀ ਹੈ। ਜੋ ਤੁਹਾਡੀ ਸਟ੍ਰੈਟਜੀ ਹੁੰਦੀ ਹੈ ਤਾਂ ਹੀ ਤੁਸੀਂ ਇੱਕ ਬ੍ਰਾਂਡ ਨੂੰ ਬਿਲਡ ਕਰ ਸਕਦੇ ਹੋ। ਕੀ ਸਲਾਹ ਦੋਗੇ ਕਿ ਕਿਸ ਤਰ੍ਹਾਂ ਇੱਕ ਬ੍ਰਾਂਡ ਨੂੰ ਬਿਲਡ ਕੀਤਾ ਜਾ ਸਕਦਾ? ਦੇਖੋ, ਬ੍ਰਾਂਡ ਬਿਲਡ ਕਰਨ ਲਈ ਪਹਿਲਾਂ ਤਾਂ ਤੁਹਾਨੂੰ ਜਿੰਨੇ ਵੀ ਵੱਡੇ ਬ੍ਰਾਂਡ ਨੇ ਉਹਨਾਂ 'ਚੋਂ ਕੁਆਲੀਫਾਈ ਹੋਣਾ ਪੈਂਦਾ
ਇਟ ਡਜ਼ਨਟ ਮੀਨ ਇਫ ਯੂ ਹੈਵ ਮਨੀ ਤੇ ਤੁਸੀਂ ਜਾ ਕੇ ਕੱਲ੍ਹ ਨੂੰ ਟੀਏ ਦਾ ਬ੍ਰਾਂਡ ਲੈ ਲਓਗੇ ਜਾਂ ਪਾਇਲਟ ਦਾ ਬ੍ਰਾਂਡ, ਨੋ। ਸੋ ਦੇ ਵਿਲ ਕੁਆਲੀਫਾਈ ਯੂ, ਦੇ ਵਿਲ ਸੀ ਵਾਟ ਯੂ ਐਕਸਪੀਰੀਅੰਸ ਡੂ ਯੂ ਹੈਵ, what management qualities do you have, what financial strength do you have, ਕਿਉਂਕਿ ਉਹਨਾਂ ਦੀ ਵੀ ਸਾਖ ਜਿਹੜੀ ਹੈਗੀ ਹੈ ਬਣੀ ਹੁੰਦੀ ਹੈ, ਉਸ ਤੋਂ ਬਿਨਾਂ ਜੀ ਉਹ ਤੁਹਾਨੂੰ ਅਪਰੂਵ ਨਹੀਂ ਕਰਦੇ, ਰਾਈਟ। so we have to get it approved. They will first approve you based on your own qualifications, ਜੀ। then they give the approval for a site ਜਿੱਥੇ ਤੁਸੀਂ ਇਹ ਬਣਾਉਣਾ, ਇਹ ਨਹੀਂ ਵੀ ਜਿੱਥੇ ਤੁਸੀਂ ਮਰਜ਼ੀ ਬਣਾ ਲਓ, ਉਹ ਵੀ ਉਹਨਾਂ ਨੇ ਆਪ ਦਾ ਦੇਖ ਕੇ ਵੀ ਇਹ ਦੂਸਰਾ ਉਹਨਾਂ ਦਾ ਸਟੇਸ਼ਨ ਕਿੰਨੀ ਦੂਰ ਹੈ, ਉਹ ਦੇਖ ਕੇ ਉਹਨਾਂ ਨੇ ਤੁਹਾਨੂੰ ਓਪਰਚੁਨਿਟੀ ਦੇਣੀ ਹੈ, ਬਿਲਕੁਲ। ਔਰ ਤਾਂ ਹੀ ਤੁਹਾਨੂੰ ਅੱਗੇ ਸਕੇਲ ਜਿਹੜਾ ਹੈਗਾ ਤੁਹਾਡਾ ਵੱਧਦਾ ਵੀ ਹੈ, ਬਿਲਕੁਲ। ਤੁਹਾਡੀ ਪਰਫਾਰਮੈਂਸ ਦੇਖ ਕੇ ਤੁਹਾਨੂੰ ਅਗਲੀ ਸਟੇਸ਼ਨ ਦਿੰਦੇ ਨੇ, ਅਦਰਵਾਈਜ਼ there is no way ਵੀ ਤੁਸੀਂ ਕਹੋ ਮੈਂ 6 ਬਣਾਉਣੇ ਆ, ਉਹ ਕਹਿੰਦੇ ਨੋ, ਪਹਿਲਾਂ ਤੁਸੀਂ ਸਾਨੂੰ ਕੰਮ ਕਰਕੇ ਦਿਖਾ, ਰਾਈਟ। if your performance is good they will give you 1 2 3 4 whatever you want। ਨੈਚੁਰਲੀ ਗੱਲ ਹੈ, ਪਰ ਪਰਫਾਰਮੈਂਸ ਜ਼ਰੂਰੀ ਹੈਗੀ, ਪਰਫਾਰਮੈਂਸ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ। ਇੱਕ ਮੈਂ ਕੜਵਾ ਸਵਾਲ ਤੁਹਾਡੇ ਤੋਂ ਜ਼ਰੂਰ ਕਰਾਂਗਾ, ਕਿਉਂਕਿ ਜਦੋਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਭਾਰਤ ਦੇ ਨੌਜਵਾਨਾਂ ਨੂੰ ਦੇਖਦੇ ਹਾਂ, ਉਹਨਾਂ ਨੂੰ ਜਦੋਂ ਇੱਥੋਂ ਦੇ NRIs ਦਿਖਦੇ ਨੇ, ਉਹਨਾਂ ਦੇ ਬਿਜ਼ਨਸ ਚੱਲਦੇ ਹੋਏ ਦਿਖਦੇ ਨੇ, ਵੱਡੇ ਵੱਡੇ ਟਾਈਕੂਨਸ ਦਿਖਦੇ ਨੇ, ਤੁਹਾਡੇ ਵਰਗੇ ਬਿਜ਼ਨਸ ਟਾਈਕੂਨਸ, ਤਾਂ ਉਹਨਾਂ ਨੂੰ ਜਿਹੜੀ ਚੱਕਾ ਚਾਹੁੰਦਾ ਆਪਣੇ ਵੱਲ ਖਿੱਚਦੀ ਹੈਗੀ ਹੈ, ਡਾਲਰ ਪਾਉਂਡਸ ਦੀ ਜਿਹੜੀ ਚੱਕਾ ਚਾਹੁੰਦਾ ਹੈ। ਫਿਰ ਉਹ ਕਹਿੰਦੇ ਨੇ ਕਿ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਹੀਲੇ ਵਸੀਲੇ ਅਮਰੀਕਾ ਦੀ ਧਰਤੀ 'ਤੇ, ਕੈਨੇਡਾ, UK, ਆਸਟ੍ਰੇਲੀਆ ਪਹੁੰਚ ਜਾਓ। ਫਿਰ ਉਹ ਇਹ ਨਹੀਂ ਦੇਖਦੇ ਕਿ ਉਹ ਲੀਗਲੀ ਜਾ ਰਹੇ ਨੇ ਜਾਂ ਇਲੀਗਲ ਜਾ ਰਹੇ ਨੇ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਵਾਕਈ ਇੱਥੇ ਡਾਲਰ ਪਾਉਂਡ ਦੀ ਜਿਹੜੀ ਚਮਕ ਉੱਥੇ ਉਹਨਾਂ ਨੂੰ ਦਿਖਾਈ ਦੇ ਰਹੀ ਹੈ, ਇੱਥੇ ਉਹ ਕਮਾਣੇ ਸੌਖੇ ਨੇ? ਨਹੀਂ। ਓਕੇ, ਯੂ ਹੈਵ ਟੂ ਗੋ ਵਿਦ ਦ ਸਿਸਟਮ। ਓਕੇ, ਫਸਟ ਆਫ ਆਲ ਲੀਗਲ ਹੋਣਾ ਬਹੁਤ ਜ਼ਰੂਰੀ ਹੈ। ਇਲੀਗਲ ਬੰਦੇ ਲਈ ਬੜਾ ਮੁਸ਼ਕਲ ਹੈ। ਕਈ ਆਪਣੇ ਇਲੀਗਲ ਬੰਦੇ ਬੜੇ ਕਾਮਯਾਬ ਵੀ ਹੋਏ ਨੇ, ਉਹ ਨਹੀਂ, ਬਟ ਮੈਜੋਰਟੀ ਲੀਗਲ ਬੰਦੇ ਦਾ ਹੀ ਕੰਮ ਚੱਲਦਾ। ਓਕੇ, ਲੀਗਲ ਹੋਣ ਤੋਂ ਬਾਅਦ ਵੀ ਤੁਹਾਨੂੰ ਜਿਹੜਾ ਕੋਈ ਵੀ ਕੰਮ ਤੁਸੀਂ ਕਰਨਾ, ਯੂ ਹੈਵ ਟੂ ਵਰਕ ਵਿਦ ਦ ਸਿਸਟਮ। ਬਿਲਕੁਲ, ਸ਼ਾਰਟਕਟ ਦੇ ਨਾਲ ਕੋਈ ਗੱਲ ਨਹੀਂ ਬਣਦੀ। ਜਿਹੜਾ ਵੀ ਕੋਈ ਬੰਦਾ ਸ਼ਾਰਟਕਟ ਲਾਉਂਦਾ ਉਹ ਕਾਮਯਾਬ ਨਹੀਂ ਹੁੰਦਾ। ਓਕੇ, ਕੋਈ ਵੀ ਹੋਵੇ ਜੀ ਜੀ। ਸੋ ਉਸ ਤੋਂ ਜ਼ਿਆਦਾ ਜ਼ਰੂਰਤ ਹੈ, ਜਿੰਨੀਆਂ ਵੀ ਵੱਡੀਆਂ ਕੰਪਨੀਆਂ ਮੇਰੇ ਕੋਲ ਤਾਂ ਸਾਰੇ ਜਿੰਨੇ ਵੀ ਬਿਜ਼ਨਸ ਨੇ ਮੇਰੇ ਸਾਰੇ ਬ੍ਰਾਂਡਡ ਨੇ, ਸਾਰਿਆਂ ਤੋਂ ਮੈਂ ਟ੍ਰੇਨਿੰਗ ਆਪ ਕੀਤੀ ਹੋਈ ਹੈ। ਫਿਰ ਮੈਂ ਆਪਦੇ ਮੈਨੇਜਰਾਂ ਨੂੰ, ਇੰਪਲਾਈਆਂ ਨੂੰ, ਸਾਰਿਆਂ ਨੂੰ ਉਹਨਾਂ ਦੀ ਗਾਈਡਲਾਈਨ 'ਤੇ ਚੱਲਣ ਲਈ ਉਹ ਕਹਿਣਾ ਵਾ। ਸੋ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਯੂ ਹੈਵ ਟੂ ਵਰਕ ਵਿਦ ਦ ਸਿਸਟਮ। ਵੱਡੀਆਂ ਕੰਪਨੀਆਂ ਬ੍ਰਾਂਡ ਨੇਮ ਆਪਣੇ ਆਪ ਨਹੀਂ ਸੋ ਬਣਦੇ, ਉਹਨਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ ਵੱਡੀਆਂ ਕੰਪਨੀਆਂ ਨੇ, 7-Eleven, ਸਬਵੇ, ਟੀਏ, ਪਾਇਲਟ, ਸਾਰੇ ਜਿੰਨੇ ਵੀ ਹੈ, KFC, ਪੀਜ਼ਾ ਹਟ, ਸਾਰੇ ਬ੍ਰਾਂਡ ਮੇਰੇ ਕੋਲ ਹੈਗੇ ਨੇ। ਸੋ ਉਹ ਕੰਪਨੀਆਂ ਲਈ ਬਹੁਤ ਬਹੁਤ ਮਿਹਨਤ ਅਤੇ ਉਹਨਾਂ ਦੀ ਮਾਰਕੀਟਿੰਗ ਜਿਹੜੀ ਹੈਗੀ ਆ ਸਟ੍ਰੈਟਜੀ, ਉਹ ਟੋਟਲੀ ਤੁਹਾਨੂੰ ਫੋਲੋ ਕਰਨੀ ਪੈਂਦੀ ਹੈ। ਬਿਲਕੁਲ। ਓਕੇ, ਜਿਹੜਾ ਇਲੀਗਲ ਬੰਦਾ ਇੱਥੇ ਆਂਦਾ ਹੈ, ਅਮਰੀਕਾ ਦੀਆਂ ਪਾਲਿਸੀਜ਼ ਕੀ ਕਹਿੰਦੀਆਂ, ਕੀ ਉਸ ਨੂੰ ਕੰਮ ਮਿਲ ਸਕਦਾ ਹੈ ਇੱਥੇ? ਨਹੀਂ ਜੀ, ਨਹੀਂ ਮਿਲ ਸਕਦਾ। ਕਈ ਆਪਣੇ ਬੰਦੇ ਕੰਮ ਦੇਂਦੇ ਨੇ, ਪਰ ਦੈਟਸ ਨਾਟ ਲੀਗਲ ਵੇ। ਜੇ ਤੁਸੀਂ ਗਰੋ ਕਰਨਾ ਹੋਵੇ ਤਾਂ ਤੁਹਾਨੂੰ ਸਾਰਾ ਕੰਮ ਲੀਗਲੀ ਕਰਨਾ ਪੈਂਦਾ ਜੀ। ਬਿਲਕੁਲ, ਸ਼ਾਰਟਕਟ ਦੇ ਨਾਲ ਇੱਥੇ ਲਾਈਫ ਨਹੀਂ ਚੱਲਦੀ। ਬਹੁਤ ਸਾਰੇ ਬੱਚੇ ਜਿਹੜੇ ਨੇ ਆਪਣੀਆਂ ਪਿਓ ਦਾਦੀਆਂ ਦੀਆਂ ਜਿਹੜੀਆਂ ਜ਼ਮੀਨਾਂ ਨੇ, ਜ਼ਮੀਨਾਂ ਵੇਚ ਕੇ 50-50 ਲੱਖ ਰੁਪਏ ਖਰਚ ਕਰਕੇ ਵੀ ਅਮਰੀਕਾ ਦੀ ਧਰਤੀ 'ਤੇ ਪਹੁੰਚਦੇ ਨੇ ਇਲੀਗਲ ਤਰੀਕੇ ਨਾਲ। ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ? 50 ਲੱਖ ਰੁਪਏ ਵਿੱਚ ਭਾਰਤ ਵਿੱਚ ਰਹਿ ਕੇ ਕੁਝ ਕੀਤਾ ਜਾਏ, ਜਾਂ ਜਿਹੜੇ ਉਹ ਸੋਚਦੇ ਨੇ ਕਿ ਅਸੀਂ ਇਲੀਗਲ ਤਰੀਕੇ ਨਾਲ ਇੱਥੇ ਆ ਜਾਵਾਂਗੇ ਔਰ 50 ਲੱਖ ਜਿਹੜਾ ਹੈਗਾ ਅਸੀਂ ਸਾਲ 2 ਸਾਲ 'ਚ ਬਣਾ ਲਾਂਗੇ? ਕੀ ਕਹਿਣਾ ਚਾਹੋਗੇ? ਦੇਖੋ ਪਰਵਾਨੀ ਸਾਹਿਬ, 50 ਲੱਖ ਰੁਪਇਆ ਜਿਹੜਾ ਹੈਗਾ ਨਾ, ਉਹਨਾਂ ਦੇ ਪੇਰੈਂਟਸ ਨੇ ਬੜਾ ਔਖਾ ਕਮਾਇਆ ਹੋਊਗਾ ਜਾਂ ਜ਼ਮੀਨ ਜਾਇਦਾਦ ਵੇਚ ਕੇ ਆਉਣਗੇ, ਪਰ ਉੱਥੇ ਉਹ ਸਹੀ ਤਰੀਕਾ ਤਾਂ ਹੈ ਹੀ ਨਹੀਂ। ਸਹੀ ਤਰੀਕਾ ਤਾਂ ਚਾਹੇ ਉਹ ਇੰਡੀਆ 'ਚ ਹੈ, ਚਾਹੇ ਉਹ ਇੱਥੇ, ਉਹੀ ਕੰਮ ਕਰਦਾ ਜੀ। ਸੋ ਮੇਰੇ ਤਾਂ ਇਹ ਸੁਜੈਸ਼ਨ ਹੋਊਗਾ ਵੀ ਐਵੇਂ ਜੇ ਕੋਈ ਉੱਥੇ ਜ਼ਮੀਨ ਜਾਇਦਾਦ ਵੇਚ ਕੇ ਆਉਂਦਾ, ਜੇ ਵੇਚ ਕੇ ਇੱਥੇ ਪਹੁੰਚ ਵੀ ਜਾਂਦਾ ਵਾ, ਇੱਥੇ ਆ ਕੇ ਕਿਹੜਾ ਕੋਈ ਆਉਂਦੇ ਨੂੰ ਉਹਨਾਂ ਕੁਛ ਹੋਰ ਕੰਮ ਹੋ ਜਾਣਾ? ਨੋ, ਬਹੁਤ ਬਹੁਤ ਡਿਫੀਕਲਟ ਹੈ ਇਸ ਕੰਟਰੀ 'ਚ ਆ ਕੇ ਆਪਦੇ ਪੈਰ ਲਗਾਉਣੇ ਗਲਤ ਤਰੀਕੇ ਨਾਲ। ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰਦੇ ਹੋ, ਕੰਪਨੀਆਂ ਦੇ ਪ੍ਰਿੰਸੀਪਲਸ ਫੋਲੋ ਕਰਦੇ ਹੋ, ਤਾਂ ਹੀ ਥੋੜੀ ਕੋਈ ਗੱਲ ਬਣਦੀ, ਅਦਰਵਾਈਜ਼ ਨਹੀਂ ਬਣਦੀ। ਬਿਲਕੁਲ। ਅਸੀਂ ਦੇਖਦੇ ਹਾਂ ਇੱਥੇ 1984 ਤੁਸੀਂ ਆਏ ਹੋ, ਉਸ ਸਮੇਂ ਦਾ ਤੇ ਅੱਜ ਦੇ ਸਮੇਂ ਵਿੱਚ ਫਰਕ ਤਾਂ ਬਹੁਤ ਜ਼ਿਆਦਾ ਆਇਆ, ਪਰ ਰੇਸਿਜ਼ਮ ਜਿਹੜੀ ਹੈਗੀ ਆ ਹਾਲੇ ਵੀ ਖਤਮ ਨਹੀਂ ਹੋਈ। ਸਾਡੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਬਲੈਕ ਜਿਹੜੀ ਕਮਿਊਨਿਟੀ ਹੈਗੀ ਉਹ ਰਹਿ ਰਹੀ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ ਬਲੈਕ ਲਾਈਵਸ ਮੈਟਰ ਇੱਕ ਮੁਹਿੰਮ ਦੀ ਸ਼ੁਰੂਆਤ ਹੋਈ। ਉਸ ਮੁਹਿੰਮ ਨੇ ਇਹ ਸਾਨੂੰ ਦੱਸਣ ਲਈ ਮਜਬੂਰ ਕਰਤਾ ਕਿ ਜੇਕਰ ਬਲੈਕ ਕਮਿਊਨਿਟੀ ਜਿਹੜੇ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੀ ਹੈ ਔਰ ਉਹਨਾਂ ਦਾ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਇੱਥੇ ਚੁਣ ਕੇ ਆਏ ਨੇ, ਜੇ ਉਹਨਾਂ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕਰਨੀ ਪੈ ਰਹੀ ਹੈ ਔਰ ਦੱਸਣਾ ਪੈ ਰਿਹਾ ਕਿ ਬਲੈਕ ਲਾਈਵਸ ਮੈਟਰ, ਪੰਜਾਬੀ ਕਮਿਊਨਿਟੀ ਤਾਂ ਉਹਨਾਂ ਤੋਂ ਬਹੁਤ ਛੋਟੀ ਹੈ,
ਤੇ ਸਾਨੂੰ ਕੌਣ ਪਛਾਣਦਾ? ਦੇਖੋ ਜੀ, ਆਪਾਂ ਪੰਜਾਬੀ ਚਾਹੇ ਉਹ ਲੀਗਲ ਹੈ ਚਾਹੇ ਉਹ ਇਲੀਗਲ ਹੈ, ਮਿਹਨਤੀ ਜ਼ਰੂਰ ਹੈ। ਬਹੁਤ ਮਿਹਨਤੀ ਨੇ ਆਪਣੇ ਬੰਦੇ ਜੀ, ਬਹੁਤ ਕੰਮ ਕਰਦੇ ਨੇ ਐਜ਼ ਕੰਪੇਅਰ ਟੂ ਬਲੈਕ ਦਾ ਕੰਮ ਹੀ ਨਹੀਂ ਕਰਦੇ। ਬਲੈਕ ਦਾ ਕੰਮ ਹੀ ਨਹੀਂ ਕਰਦੇ। ਉਹ ਤਾਂ ਕਹਿੰਦੇ ਆ ਬਈ ਦੇਖੋ, ਆਈ ਹੈਵ ਲੋਟ ਆਫ ਬਲੈਕ ਫਰੈਂਡਸ, ਜਿਹੜੇ ਮੇਰੇ ਦੋਸਤ ਨੇ, ਬਿਜ਼ਨਸ 'ਚ ਨੇ, ਫਲਾਣੇ ਨੇ। ਮੈਜੋਰਟੀ ਆਫ ਦਾ ਬਲੈਕ ਪੀਪਲ ਨੇ ਜਿਹੜੇ, ਉਹ ਜਿਹੜਾ ਮੇਰੀ ਜੱਜਮੈਂਟ ਆ, ਇਟ ਕੈਨ ਬੀ ਰੋਂਗ ਟੂ ਜੀ, ਵੀ ਉਹ ਕੰਮ ਕਰਨ 'ਚ ਯਕੀਨ ਘੱਟ ਰੱਖਦੇ ਆ। ਆਪਣੇ ਪੰਜਾਬੀ ਤਾਂ ਬਹੁਤ ਕੰਮ ਕਰਦੇ ਨੇ, ਬਹੁਤ ਕੰਮ ਕਰਦੇ ਨੇ। ਮੇਰੇ ਕੋਲ ਬਹੁਤ ਬੰਦੇ ਕੰਮ ਕਰਦੇ ਨੇ ਜਿਹੜੇ ਕਿ ਜੇ ਉਹਨਾਂ ਨੂੰ ਮੌਕਾ ਮਿਲੇ ਵੀ ਜਿੰਨੇ ਮਰਜ਼ੀ ਉਹਨਾਂ ਨੂੰ ਘੰਟੇ ਦੇ ਦਿਓ, ਜੋ ਮਰਜ਼ੀ ਦੇ ਦਿਓ। ਜਿਹੜੇ ਚੰਗੇ ਬੰਦੇ, ਉਹ ਐਡੇ ਜ਼ਿੰਮੇਵਾਰ ਬੰਦੇ ਨੇ, ਤੇ ਉਹਨਾਂ ਦੇ ਲਈ ਫਿਰ ਅੱਗੇ ਵੀ ਸਾਰਾ ਕੁਛ ਹੈਗਾ। ਬਿਲਕੁਲ 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 ਠੀਕ ਗੱਲ ਹੈ। ਪਰ ਇੱਥੇ ਜਿਵੇਂ ਗਨ ਵਾਇਲੈਂਸ ਲਗਾਤਾਰ ਵੱਧ ਰਹੀ ਹੈ, ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ? ਕਿਉਂਕਿ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਉਹ ਇਹ ਕਹਿੰਦੀਆਂ ਕਿ ਅਸੀਂ ਗਨ ਵਾਇਲੈਂਸ 'ਤੇ ਕੰਟਰੋਲ ਕਰਾਂਗੇ, ਪਰ ਇੱਥੇ ਗਨ ਲਾਅਸ ਜਿਹੜੇ ਨੇ ਉਹ ਅਜਿਹੇ ਬਣਾਏ ਹੋਏ ਨੇ ਕਿ ਹਰ ਇੱਕ ਨੂੰ ਹੱਕ ਹੈਗਾ ਉਹ ਆਪਣੇ ਹੱਥ ਵਿੱਚ ਹਥਿਆਰ ਰੱਖ ਸਕਦਾ, ਔਰ ਬੜੇ ਈਜ਼ੀਲੀ ਇੱਥੇ ਅਵੇਲੇਬਲ ਵੀ ਹੈਗੇ ਨੇ। ਉਹ ਬਰਮਾਨੀ ਸਾਹਿਬ, ਦੇਖੋ ਮੈਂ ਤਾਂ ਗਨ ਕਲਚਰ ਦੇ ਵਿੱਚ ਬਿਲੀਵ ਬਿਲਕੁਲ ਹੀ ਨਹੀਂ ਕਰਦਾ। ਈਵਨ ਕਿ ਮੈਂ ਜਦ ਮਰਜ਼ੀ ਚਾਹਾਂ ਤਾਂ ਮੈਨੂੰ ਗਨ ਮਿਲ ਸਕਦੀ ਆ ਜੀ, 24 ਆਵਰ ਮੈਂ ਆਪਦੇ ਕੋਲ ਰੱਖ ਸਕਦਾ, ਜਿਸ ਤਰ੍ਹਾਂ ਨੇਚਰ ਮੇਰੇ ਬਿਜ਼ਨਸ ਦੀ ਹੈਗੀ ਆ ਜੀ। ਮੈਨੂੰ ਲਾਇਸੈਂਸ ਮਿਲ ਸਕਦਾ। ਮੈਂ ਕਿਤੇ ਵੀ ਗਨ ਨਹੀਂ, ਅੱਜ ਤੱਕ ਗਨ ਨਹੀਂ ਖਰੀਦੀ। ਇੱਕ ਵਾਰੀ ਖਰੀਦੀ ਸੀ, ਉਹ ਮੈਂ 2 ਮਹੀਨੇ ਬਾਅਦ ਉਸ ਨੂੰ ਅਬੈਂਡਨ ਕਰਤਾ ਜੀ। ਸੋ ਇੱਥੇ ਜਿਹੜੀ ਮੇਰੇ ਕਿਸੇ ਵੀ ਸਟੋਰ ਤੇ ਕੋਈ ਵੀ ਗਨ ਨਹੀਂ ਰੱਖ ਸਕਦਾ। ਮੇਰੀਆਂ EMPLOYEES ਨੂੰ ਫੁੱਲ ਇੰਸਟਰਕਸ਼ਨ ਨੇ। ਜਿੰਨੀਆਂ ਸਾਡੀਆਂ ਵੱਡੀਆਂ ਕੰਪਨੀਆਂ ਨੇ, ਚਾਹੇ ਉਹ TA ਹੈ, ਚਾਹੇ ਉਹ ਸਬਵੇ ਹੈ, 7-Eleven, ਕੋਈ ਵੀ ਹੈ, ਨੇਮ ਇਟ, ਦੇ ਡੋਂਟ ਐਨਕਰੇਜ ਯੂ ਵੀ ਤੁਸੀਂ ਗਨ ਦੇ ਨਾਲ ਕੋਈ ਕ੍ਰਾਈਮ ਜਾਂ ਕੋਈ ਵਾਇਲੈਂਸ ਰੋਕ ਸਕਦੇ ਹੋ ਜੀ। ਉਹ ਸਾਨੂੰ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ। ਸਾਨੂੰ ਇਹ ਟ੍ਰੇਨਿੰਗ ਦਿੰਦੇ ਜੇ ਕੋਈ ਰੋਬਰ ਸਾਡੇ ਆ ਵੀ ਜਾਂਦਾ, ਕੋਆਪਰੇਟ ਵਿਦ ਹਿਮ, ਤੁਸੀਂ ਇਸ ਤਰ੍ਹਾਂ ਦਾ ਮਾਹੌਲ ਬਣਾਓ ਵੀ ਉਹ ਆਵੇ ਹੀ ਨਾ ਤੁਹਾਡੇ ਕੋਲੇ। ਪਰ ਇਹ ਹੈ ਵੀ ਗਨ ਦੇ ਤਾਂ ਸਾਰੀਆਂ ਵੱਡੇ ਵੱਡੇ ਬ੍ਰਾਂਡਸ, ਵੱਡੀਆਂ ਕੰਪਨੀਆਂ, ਤੇ ਮੈਂ ਪਰਸਨਲੀ ਬਹੁਤ ਅਗੇਂਸਟ ਹਾਂ। ਨਹੀਂ, ਤੁਸੀਂ ਪਰਸਨਲੀ ਅਗੇਂਸਟ ਹੋ, ਪਰ ਅਮਰੀਕਾ ਜਿਹੜਾ ਕਲਚਰ ਹੈਗਾ ਇੱਥੇ, ਗਨ ਕਲਚਰ ਜਿਹੜਾ ਹੈਗਾ ਬਹੁਤ ਅੱਗੇ ਵੱਧ ਰਿਹਾ। ਸਕੂਲਾਂ ਵਿੱਚ ਵੀ ਅਸੀਂ ਦੇਖਿਆ ਅਟੈਕ ਹੋ ਰਹੇ ਨੇ, ਗੁਰਦੁਆਰਿਆਂ ਵਿੱਚ ਵੀ ਅਟੈਕ ਹੋਏ ਨੇ ਪਿੱਛੇ, ਈਵਨ ਚਰਚਿਸ ਵਿੱਚ ਵੀ ਅਟੈਕ ਹੋਏ ਨੇ, ਔਰ ਬਹੁਤ ਸਾਰੇ ਸਟੋਰਸ ਵਿੱਚ ਵੀ ਅਟੈਕ ਹੋਏ ਨੇ ਜਿੱਥੇ ਬਹੁਤ ਮਾਸੂਮਾਂ ਦੀ ਜਾਨਾਂ ਗਈਆਂ ਨੇ। ਸੋ ਸਰਕਾਰਾਂ ਇੱਥੇ ਕਿਸ ਤਰ੍ਹਾਂ ਦੇਖ ਰਹੀਆਂ ਨੇ ਗਨ ਕਲਚਰ ਨੂੰ? ਕੀ ਆਉਣ ਵਾਲਾ ਟਾਈਮ ਕਿਤੇ ਨਾ ਕਿਤੇ ਅਸੀਂ ਦੇਖਾਂਗੇ ਕਿ ਗਨ ਕਲਚਰ ਜਿਹੜਾ ਹੈਗਾ ਖਤਮ ਹੋਏਗਾ, ਗਨ ਲਾਅਸ ਜਿਹੜੇ ਨੇ ਉਹ ਸਟ੍ਰਿਕਟ ਹੋਣਗੇ? ਪਰਮਾਨੀ ਸਾਹਿਬ, ਵਕਤ ਬਦਲ ਰਿਹਾ। ਲੋਕੀ ਇਹ ਜਿਹੜੇ ਅਮਰੀਕਨ ਵੀ ਆਪਣੇ ਹੈਗੇ ਨੇ ਇੱਥੇ, ਜਿਹੜੇ ਆਈ ਵਿਲ ਸੇ ਵਾਈਟ ਅਮਰੀਕਨ, ਈਵਨ ਕਿ ਆਪਾਂ ਵੀ, ਮੈਂ ਵੀ ਅਮਰੀਕਨ ਹਾਂ, ਉਹ ਹੁਣ ਥੋੜਾ ਮਾਹੌਲ ਬਦਲ ਰਿਹਾ। ਪੋਲੀਟੀਸ਼ੀਅਨਸ ਨੂੰ ਕਨਵਿੰਸ ਕਰ ਰਹੇ ਨੇ। ਹਰ ਰੋਜ਼ ਹੁਣ ਇੱਥੇ ਕਿਤੇ ਨਾ ਕਿਤੇ ਗਨ ਸ਼ੂਟਿੰਗ ਹੋ ਰਹੀ ਹੈ। ਸਰਕਾਰ ਵੀ ਇਹ ਸੋਚ ਰਹੀ ਹੈ ਵੀ ਇਹ ਚੀਜ਼ ਦੇ ਉੱਤੇ ਜ਼ਿਆਦਾ ਉਹ ਆਪਣੀ ਪਾਬੰਦੀ ਲਾਉਣਗੇ, ਤੇ ਆਉਣ ਵਾਲੇ ਟਾਈਮ ਦੇ ਵਿੱਚ ਆਈ ਹੋਪ ਇਟ ਵਿਲ ਹੈਪਨ। ਆਈ ਡੋਂਟ ਨੋ ਵੈਨ। ਪਹਿਲਾਂ ਜਦ ਆਏ ਸੀ ਉੱਥੋਂ ਤਾਂ ਜਿਸ ਤਰ੍ਹਾਂ ਤੁਸੀਂ ਜਾ ਕੇ ਗਰੋਸਰੀ ਸਟੋਰ ਤੋਂ ਕੋਈ ਵੀ ਚੀਜ਼ ਖਰੀਦਦੇ ਹੋ, ਉਖਣੇ ਗਨ ਖਰੀਦ ਲਓ। ਹੁਣ ਫਿਰ ਵੀ ਥੋੜਾ ਜਿਹਾ ਵਧਿਆ ਹੋਇਆ ਵਾ, ਪਰ ਇਸ ਤੋਂ ਜ਼ਿਆਦਾ ਵੀ ਸਟ੍ਰਿਕਟ ਹੋਣਾ ਚਾਹੀਦਾ। ਇੱਕ ਹੋਰ ਮੈਂ ਕੜਵਾ ਸਵਾਲ ਇੱਥੇ ਹੈਗੀ, ਉਹ ਜਿਹੜੀ ਹਕੀਕਤ ਵੀ ਹੈ ਇੱਥੇ ਕਿ ਸਾਡੇ ਜਿਹੜੇ ਬੱਚੇ ਨੇ ਉਹ ਲਗਾਤਾਰ ਬੁਲੀ ਦੇ ਸ਼ਿਕਾਰ ਹੋ ਰਹੇ ਨੇ, ਸਾਡੇ ਪੰਜਾਬੀ ਬੱਚੇ ਜ਼ਿਆਦਾਤਰ, ਕਿਉਂਕਿ ਪੰਜਾਬੀਆਂ ਦੀ ਜਿਹੜੀ ਪਛਾਣ ਹੈਗੀ ਹੈ ਉਹ ਇੱਥੇ ਹੋਰਨਾਂ ਕਮਿਊਨਿਟੀਜ਼ ਨੂੰ ਹਲੇ ਤੱਕ ਉਸ ਤਰ੍ਹਾਂ ਨਹੀਂ ਹੈਗੀ ਹੈ। ਵੱਡਿਆਂ ਨੂੰ ਹੋ ਸਕਦਾ ਹੋ ਰਹੀ ਹੋਵੇ, ਕਿਉਂਕਿ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਅੱਗੇ ਵੱਧ ਕੇ ਆ ਰਹੀਆਂ ਨੇ, ਉਹ ਦੱਸ ਰਹੀਆਂ ਨੇ ਸਿੱਖ ਧਰਮ ਬਾਰੇ, ਪੰਜਾਬੀਆਂ ਬਾਰੇ, ਕਿ ਅਸੀਂ ਕਿਸ ਤਰ੍ਹਾਂ ਵੱਖਰੇ ਹੈਗੇ ਹਾਂ, ਸਾਡੀ ਦਸਤਾਰ ਜਿਹੜੀ ਹੈ ਕਿਸ ਤਰ੍ਹਾਂ ਦੂਜਿਆਂ ਨਾਲੋਂ ਵੱਖਰੀ ਹੈਗੀ ਹੈ। ਪਰ ਜਿਹੜੇ ਸਾਡੇ ਬੱਚੇ ਜਿਹੜੇ ਸਕੂਲਾਂ ਵਿੱਚ ਜਾਂਦੇ ਨੇ, ਕਾਲਜਸ ਜਾਂਦੇ ਨੇ, ਉਹ ਲਗਾਤਾਰ ਬੁਲੀ ਦਾ ਸ਼ਿਕਾਰ ਹੋ ਰਹੇ ਨੇ। ਉਸ ਬਾਰੇ ਤੁਸੀਂ ਕੀ ਕਹਿਣਾ? ਉਹਦਾ ਇਹ 2 ਚੀਜ਼ਾਂ ਨੇ। ਇੱਕ ਤਾਂ ਹਰ ਚੀਜ਼ ਘਰ ਤੋਂ ਸ਼ੁਰੂ ਹੁੰਦੀ ਹੈ ਜੀ। ਜੇ ਤੁਹਾਡੇ ਪੇਰੈਂਟਸ ਘਰ ਦੇ ਵਿੱਚ ਬੱਚੇ ਨੂੰ ਦੱਸ ਦਿੰਦੇ ਆ ਵੀ ਆਪਣਾ ਸਿੱਖ ਰਿਲੀਜਨ ਜਾਂ ਹਿੰਦੂ ਰਿਲੀਜਨ ਕੋਈ ਵੀ ਉਹ ਕੀ ਹੈ, ਜੇ ਕੋਈ ਉਹਨਾਂ ਦਾ ਫਰੈਂਡ ਪੁੱਛਦਾ ਵਾ, ਉਹਨੂੰ ਐਕਸਪਲੇਨ ਕਰਨਾ ਉਹਨੂੰ ਆਉਣਾ ਚਾਹੀਦਾ, ਉਹਨਾਂ ਕੋਲ ਐਜੂਕੇਟਡ ਹੋਣਾ ਚਾਹੀਦਾ। ਇੱਕ ਇਹਦੇ ਨਾਲ ਵੀ ਫਰਕ ਪੈਗਾ। ਨੰਬਰ 2, ਹੁਣ ਇੱਥੇ ਵੀ ਸਾਡੇ ਕਾਫੀ ਬੰਦੇ, ਕੋਈ ਮੇਅਰ ਬਣ ਗਿਆ, ਕੋਈ ਹੋਰ ਕਾਂਗਰਸਮੈਨ ਬਣ ਗਿਆ, ਕੁਛ ਹੋਰ ਬਣ ਗਿਆ, ਉਹਨਾਂ ਨੂੰ ਵੀ ਇਹ ਅਵੇਅਰਨੈਸ ਦੇਣੀ ਚਾਹੀਦੀ ਹੈ। ਹੁਣ ਕਾਫੀ ਜ਼ਿਆਦਾ ਅਵੇਅਰਨੈਸ ਹੋਈ ਹੈ। ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਸੀ, ਹੁਣ ਮਿਸਟਰ ਬੱਗਾ ਬਣ ਗਿਆ ਬੈਂਕ ਦੇ। ਉਸ ਤਰ੍ਹਾਂ ਦੇ ਨਾਲ ਕਾਫੀ ਲੋਕਾਂ ਨੂੰ ਇਹਦਾ ਪਤਾ ਲੱਗ ਰਿਹਾ ਵਾ, ਜਿਹੜੇ ਆਪਣਾ ਲਾ ਲਓ ਕੇਸਧਾਰੀ ਨੇ, ਪੱਗ ਬੰਨ੍ਹਣ ਵਾਲੇ ਇਨਸਾਨ ਨੇ ਜੀ, ਉਹਨਾਂ ਦੀ ਰੈਕੋਗਨੀਸ਼ਨ ਸ਼ੁਰੂ ਹੋਈ ਹੈ। ਓਕੇ, ਬਹੁਤ ਜ਼ਿਆਦਾ ਆਪਣੇ ਮੇਰੇ ਵੀ ਬੇਟਾ ਬੇਟੀ ਹੈ, ਉਹਨਾਂ ਦੇ ਜਿਹੜੇ ਫਰੈਂਡ ਨੇ, ਉਹਨਾਂ ਨੂੰ ਦੱਸਦੇ ਅਸੀਂ ਕੀ ਹੈ, ਬੜੇ ਲੋਕਾਂ ਨੇ ਦੱਸਦੇ ਨੇ। ਸੋ ਇਹ ਘਰ ਤੋਂ ਹੀ ਮੇਰੇ ਹਿਸਾਬ ਨਾਲ ਸ਼ੁਰੂ ਹੋਣੀ ਚਾਹੀਦੀ ਹੈ। ਪਲੱਸ ਜਿਹੜੇ ਆਪਣੇ ਬੰਦੇ ਹਾਇਰ ਅਪਸ ਨੇ, ਉਹਨਾਂ ਨੂੰ ਦੱਸਣਾ ਚਾਹੀਦਾ ਅਵੇਅਰਨੈਸ ਨੂੰ। ਦੇਖੋ, ਜਿਹੜਾ ਪੱਗ ਬੰਨ੍ਹਣ ਵਾਲਾ ਬੰਦਾ ਵਾ ਇਸ ਕੰਟਰੀ 'ਚ, ਮੋਸਟਲੀ ਉਹ ਕਹਿਣਗੇ ਜਾਂ ਤਾਂ ਇਹ ਡਾਕਟਰ ਹੈ, ਜਾਂ ਇਹ ਇੰਜੀਨੀਅਰ ਹੈ, ਜਾਂ ਇਹ ਅਕਾਊਂਟੈਂਟ ਹੈ।
ਓਕੇ ਉਹਨਾਂ ਇਹ ਇੱਕ ਕਨਸੈਪਟ ਇੱਥੇ ਚੱਲ ਰਿਹਾ ਬਈ ਪੱਗ ਬੰਨ੍ਹਣ ਵਾਲੇ ਬੰਦੇ ਪੜ੍ਹੇ ਲਿਖੇ ਆਦਮੀ ਨੇ, ਸਕਸੈਸਫੁਲ ਆਦਮੀ ਨੇ ਜੀ ਜੀ ਓਕੇ, ਉਹ ਬੜੀ ਚੰਗੀ ਚੀਜ਼ ਹੈ, ਪਰ ਉਸ ਨੂੰ ਪ੍ਰਮੋਟ ਕਰਨਾ ਇਹ ਸਾਰੇ ਮੀਡੀਆ ਦਾ ਵੀ ਕੰਮ ਹੈ, ਬਹੁਤ ਜ਼ਰੂਰੀ ਹੈ। ਪੋਲੀਟੀਸ਼ੀਅਨ ਦਾ ਵੀ ਇਹਨਾਂ ਨੂੰ ਜਿਹੜੇ ਆਪਣੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਚਾਹੀਦਾ ਵੀ ਮੀਡੀਆ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਆਉਣ, ਦੱਸਣ ਅਸੀਂ ਕੌਣ ਹੈ ਜੀ। ਤੇ ਫਿਰ ਦੂਸਰੇ ਹੁਣ ਆਪਣੇ ਕਈ ਗੁਰਦੁਆਰਿਆਂ ਦੇ ਵਿੱਚ ਵੀ ਐਜੂਕੇਸ਼ਨ ਦੇਣੀ ਚਾਹੀਦੀ ਆ, ਸਕੂਲ ਵੀ ਖੁੱਲ ਗਏ ਨੇ, ਸੋ ਇਹਦੇ ਨਾਲ ਫਰਕ ਤਾਂ ਪੈ ਰਿਹਾ ਭਾਜੀ, ਪਰ ਟਾਈਮ ਲੱਗੇਗਾ ਥੋੜਾ ਜਿਹਾ, ਦੈਟਸ ਵਾਟ ਆਈ ਥਿੰਕ। ਬਿਲਕੁਲ ਟਾਈਮ ਲੱਗੇਗਾ, ਪਰ ਜੇਕਰ ਜਿਵੇਂ ਤੁਸੀਂ ਤੁਹਾਡੀ ਸੋਚ ਹੈਗੀ ਹੈ, ਇਹ ਸੋਚ ਜਿਹੜੀ ਹੈ ਹੋਰਾਂ ਲੋਕਾਂ ਤੱਕ ਪਹੁੰਚੇਗੀ ਤਾਂ ਉਹ ਟਾਈਮ ਮੈਨੂੰ ਲੱਗਦਾ ਕਿ ਬਹੁਤ ਦੂਰ ਨਹੀਂ ਹੈ, ਬਹੁਤ ਜਲਦੀ ਆਏਗਾ। ਜਲਦੀ ਹੈ ਜੀ। ਦੇਖੋ ਜੀ, ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਇੱਥੇ ਆਪਣੇ ਬੰਦੇ ਕਾਂਗਰਸਮੈਨ ਬਣ ਜਾਣਗੇ, ਆਪਣੇ ਇੱਕ ਲੇਡੀ ਬਣੀ ਹੋਈ ਹੈ, ਸਾਰੇ ਚੰਗੇ ਪ੍ਰੋਮੀਨੈਂਟ ਆਪਣੇ ਪੋਲੀਟੀਕਲ ਸਪੋਰਟਸ ਦੇ ਉੱਤੇ ਆਪਣੇ ਕਾਫੀ ਬੰਦੇ ਹੈਗੇ ਨੇ ਜੀ ਗੇਮ ਦੇ ਵਿੱਚ, ਸੋ ਦੇ ਸ਼ੁੱਡ ਆਲਸੋ ਪ੍ਰਮੋਟ ਦੈਟ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਤਰੀਕੇ ਨਾਲ ਤੁਸੀਂ ਔਰ ਬਹੁਤ ਹੀ ਆਪਣੇ ਤਰੀਕੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਨੇ। ਥੈਂਕ ਯੂ ਭਾਜੀ, ਥੈਂਕ ਯੂ, ਐਂਡ ਆਈ ਵਾਂਟ ਟੂ ਥੈਂਕ ਵੀ ਮੀਡੀਆ ਐਂਡ ਹੋਪ ਆਈ ਟਾਕਡ ਓਕੇ। ਮੈਂ ਦਿਲੋਂ ਜਿਹੜੀ ਵੀ ਕੋਈ ਗੱਲ ਹੈ ਉਹ ਦੱਸੀ ਹੈ, ਮੈਂ ਕੋਈ ਉਹ ਨਹੀਂ ਬਣਾ ਕੇ ਦੱਸੀ, ਆਪਦਾ ਪਰਸਨਲ ਐਕਸਪੀਰੀਅੰਸ ਦੱਸਿਆ। ਨਹੀਂ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਰਵੀ ਗਰੇਵਾਲ ਸਾਹਿਬ। ਸੋ ਇਹ ਸਨ ਰਵੀ ਗਰੇਵਾਲ ਸਾਹਿਬ, ਜਿਨ੍ਹਾਂ ਨੇ ਬਹੁਤ ਤਰੀਕੇ ਨਾਲ, ਬਹੁਤ ਸਬਰ ਦੇ ਨਾਲ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ, ਔਰ ਇਹਨਾਂ ਦਾ ਸਾਫ਼ ਤੌਰ ਤੇ ਨੌਜਵਾਨਾਂ ਲਈ ਜੋ ਇਹਨਾਂ ਨੇ ਇੱਕ ਬਹੁਤ ਚੰਗਾ ਮੈਸੇਜ ਦਿੱਤਾ ਹੈ ਕਿ ਜੇਕਰ ਤੁਸੀਂ ਇੱਥੇ ਆਉਣਾ ਵੀ ਚਾਹੁੰਦੇ ਹੋ, ਬਹੁਤ ਚੰਗੀ ਤੁਸੀਂ ਤਰੱਕੀ ਹਾਸਲ ਕਰ ਸਕਦੇ ਹੋ ਅਮਰੀਕਾ ਦੀ ਧਰਤੀ ਤੇ, ਪਰ ਉਹਦੇ ਲਈ ਜ਼ਰੂਰੀ ਹੈ ਇੱਕ ਤਾਂ ਤੁਹਾਡੀ ਮਿਹਨਤ ਬਹੁਤ ਜ਼ਰੂਰੀ ਹੈ, ਤੁਹਾਡੀ ਪੜ੍ਹਾਈ ਲਿਖਾਈ ਬਹੁਤ ਜ਼ਰੂਰੀ ਹੈ, ਅਤੇ ਸਭ ਤੋਂ ਜ਼ਰੂਰੀ ਹੈ ਤੁਹਾਡਾ ਲੀਗਲ ਸਟੇਟਸ। ਜੀ ਹਾਂ, ਇੱਥੇ ਜੇਕਰ ਤੁਸੀਂ ਲੀਗਲ ਤਰੀਕੇ ਨਾਲ ਆਉਂਦੇ ਹੋ, ਇਲੀਗਲ ਨਹੀਂ, ਲੀਗਲ ਤਰੀਕੇ ਨਾਲ ਆਉਂਦੇ ਹੋ, ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਸੰਵਾਰ ਸਕਦੇ ਹੋ, ਤਾਂ ਹੀ ਤੁਹਾਡੇ ਪਿੱਛੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਸੰਵਰ ਸਕਦੀ ਹੈ। ਸੋ ਇਹ ਸੀ ਸਾਡਾ ਅੱਜ ਦਾ ਦ ਬਿਗ ਪੁਆਇੰਟ ਰਵੀ ਗਰੇਵਾਲ ਸਾਹਿਬ ਨਾਲ। ਅਗਲੇ ਹਫਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ। ਥੈਂਕ ਯੂ ਭਾਜੀ।